ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਗਰੀਬ ਨਵਾਜ਼ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਰਪਾਲਤਾ ਕੀਤੀ ਹੈ। ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਮੁਖਾਰ ਬਿੰਦ ਰਚਨਾ ਦਸਮ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜੋ ਸੰਥਾ ਪਾਠ ਕੁਝ ਦਿਨਾਂ ਤੋਂ ਆਪਾਂ ਆਰੰਭ ਕੀਤੇ ਹੋਏ ਨੇ, ਉਹਦੇ ਆਪਾਂ 85 ਅੰਗ ਤੱਕ ਪਾਠ ਕਰ ਲਏ ਨੇ ਦਸਮ ਮਹਾਰਾਜ ਜੀ ਦੇ। ਚੌਥਾ ਅਧਿਆਇ ਜਿਹੜਾ ਉਹ ਪੜ੍ਹ ਲਿਆ ਹੈ, ਇਹਦੇ ਵਿੱਚ ਚੰਡ ਮੁੰਡ ਦੈਤ ਜਿਹੜੇ ਉਹਨਾਂ ਦਾ ਵੱਧ ਹੋਇਆ। ਅਗਲਾ ਪੰਜਵਾਂ ਜੋ ਅਧਿਆਇ ਹੈ ਉਹ ਆਰੰਭਤਾ ਹੋਣੀ 85 ਅੰਗ ਤੋਂ ਹੀ, ਜਿਹਦੇ ਵਿੱਚ ਰਕਤ ਬੀਜ ਦੈਂਤ ਦਾ ਵੱਧ ਜਿਸ ਪ੍ਰਕਾਰ ਕਰਨਾ ਹੈ, ਜੋ ਪਰਮੇਸ਼ਰ ਜੀ ਦੀ ਸ਼ਕਤੀ ਹੈ, ਸ਼ਕਤੀ ਨੇ ਰੂਪ ਧਾਰਨ ਕੀਤਾ ਹੈ, ਜਾਂ ਕਹਿੰਦੇ ਕਿ ਕਾਲ ਨੇ ਰੂਪ ਧਾਰਨ ਕੀਤਾ ਹੈ। ਕਾਲ ਪੁਰਖ ਦੀ ਸ਼ਕਤੀ ਹੈ ਕਾਲ, ਤੇ ਮਹਾਰਾਜ ਦਾ ਪ੍ਰਮਾਣ ਵੀ ਹੈ ਦੈਤਨ ਕੇ ਵੱਧ ਨਿਮਿਤ ਕਾਲ ਰੂਪ ਇਹ ਲੀਨ। ਕਾਲ ਨੇ ਰੂਪ ਧਾਰਨ ਕੀਤਾ ਹੈ, ਪਰਮੇਸ਼ਰ ਨੇ ਰੂਪ ਧਾਰਨ ਕੀਤਾ ਹੈ। ਅਕਾਲ ਪੁਰਖ ਦਾ ਦੂਸਰਾ ਰੂਪ ਕਾਲ ਰੂਪ ਦੈਤਾਂ ਦੇ ਵੱਧ ਵਾਸਤੇ। ਤੋ ਚੌਥੇ ਅਧਿਆਇ ਵਿੱਚ ਚੰਡ ਮੁੰਡ ਦੈਤਾਂ ਦਾ ਵੱਧ ਹੋ ਗਿਆ। ਅੱਗੇ ਹੁਣ ਰਕਤ ਬੀਜ ਦਾ ਜਿਸ ਪ੍ਰਕਾਰ ਪੰਜਵੇਂ ਅਧਿਆਇ ਵਿੱਚ ਵੱਧ ਹੋਣਾ, ਭਾਵ ਮਾਰਿਆ ਜਾਣਾ ਹੈ ਚੰਡੀ ਦੇ ਹੱਥੋਂ, ਉਹ ਆਪਾਂ ਦਰਸ਼ਨ ਦਿਦਾਰੇ ਕਰਦੇ। ਆਓ ਸਾਰੇ ਹੀ 85 ਅੰਗ ਤੋਂ ਸ਼ੁਰੂ ਕਰੀਏ ਜੀ। ਸੋਰਠਾ ਸ਼ੁਰੂ ਹੋਣਾ, ਸੋਰਠਾ। ਹਾਂਜੀ, ਪਾਠ ਸ਼ੁਰੂ ਕੀਤਾ ਜਾਵੇ। ਹਾਂਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਸੋਰਠਾ। ਘਾਇਲ ਘੂਮਤ ਕੋਟ, ਜਾਏ ਪੁਕਾਰੇ ਸੁੰਭ ਪੈ। ਮਾਰੇ ਦੇਵੀ ਕੋਟ, ਸੁਭਟ ਕਟਕ ਕੇ ਵਿਕਟ ਆਤ। ਹਾਂਜੀ, ਇਹਦਾ ਜੋ ਵਿਸਰਾਮ ਹੈ, ਘਾਇਲ ਘੂਮਤ ਕੋਟ, ਕੋਟ ਤੇ ਵਿਸਰਾਮ ਪਹਿਲਾ ਤੇ ਦੂਸਰੇ ਪੰਕਤੀ ਦਾ ਹੈ। ਮਾਰੇ ਦੇਵੀ ਕੋਟ, ਸੁਭਟ ਕਟਕ ਕੇ ਵਿਕਟ ਅਤ। ਜਿਸ ਪ੍ਰਕਾਰ ਆਪਾਂ ਨੇ ਪਾਠ ਸਰਵਣ ਕੀਤਾ ਹੈ, ਵਿਸਰਾਮ ਸ਼ੁੱਧ ਲੱਗੇ ਸਨ, ਇਸੇ ਪ੍ਰਕਾਰ ਹੀ ਲਾਉਣੇ। ਹਾਂਜੀ, ਅੱਗੇ ਪਾਠ। ਦੋਹਰਾ। ਰਾਜ ਗਾਤ ਕੇ ਬਾਤ ਇਹ, ਕਹੀ ਜੋ ਤਾਹੀ ਠੌਰ। ਮਾਰ ਹੋ ਜੀਅਤ ਨਾ ਛਾਡ ਹੋ, ਕਹਿਓ ਸਤ ਨਹਿ ਔਰ। ਤੁੰਡ ਸੁੰਭ ਕੇ ਚੰਡ ਕਾ, ਚੜ ਬੋਲੀ ਇਹ ਭਾਏ। ਮਾਨੋ ਆਪਣੀ ਮ੍ਰਿਤ ਕੋ, ਲੀਨੋ ਅਸੁਰ ਬੁਲਾਏ। ਦੋਹਰਾ। ਸੁੰਭ ਨਿਸੁੰਭ ਸੋ ਦੁਹੂ ਮਿਲ, ਬੈਠ ਮੰਤਰ ਤਬ ਕੀਨ। ਸੈਨਾ ਸਕਲ ਬੁਲਾਏ ਕੈ, ਸੁਭਟ ਬੀਰ ਚੁਨ ਲੀਨ। ਰਕਤ ਬੀਜ ਕੋ ਭੇਜੀਏ, ਮੰਤਰਨ ਕਹੀ ਵਿਚਾਰ। ਪਾਥਰ ਜਿਉ ਗੇਰ ਡਾਰ ਕੈ, ਚੰਡਹਿ ਹਨੈ ਹਕਾਰ। ਸੋਰਠਾ। ਭੇਜੋ ਕੋ ਦੂਤ, ਗ੍ਰਹਿ ਤੇ ਲਿਆਵੈ ਤਾਹੇ ਕੋ। ਜੀਤਿਓ ਜੈਨ ਪੁਰਹੂਤ, ਭੁਜ ਬਲ ਜਾ ਕੇ ਅਮਿਤ ਹੈ। ਦੋਹਰਾ। ਸ਼੍ਰੌਣਤ ਬਿੰਦ ਪੈ ਦੈਤ ਇੱਕ, ਗਇਓ ਕਰੀ ਅਰਦਾਸ। ਰਾਜ ਬੁਲਾਵਤ ਸਭਾ ਮੈਂ, ਬੇਗ ਚਲੋ ਤਿਹ ਪਾਸ। ਠੀਕ ਆ। ਰਕਤ ਬੀਜ ਨ੍ਰਿਪ ਸੁੰਭ ਕੋ, ਕੀਨੋ ਆਨ ਪ੍ਰਣਾਮ। ਅਸੁਰ ਸਭਾ ਮਦ ਭਾਉ ਕਰ, ਕਹਿਓ ਕਰਹੁ ਮਮ ਕਾਮ। ਸਵਈਆ। ਸ਼੍ਰੌਣਤ ਬਿੰਦ ਕੋ ਸੁੰਭ ਨਿਸੁੰਭ, ਬੁਲਾਏ ਬੈਠਾਏ ਕੈ ਆਦਰ ਕੀਨੋ। ਦੈ ਸਿਰ ਤਾਜ ਬਡੇ ਗਜਰਾਜ, ਸੋ ਬਾਜ ਦਏ ਰਿਜਵਾਏ ਕੈ ਲੀਨੋ। ਪਾਨ ਲੈ ਦੈਤ ਕਹੀ ਇਹ ਚੰਡ ਕੋ, ਰੁੰਡ ਕਰੋ ਅਬ ਮੁੰਡ ਬੇਹੀਨੋ। ਐਸੇ ਕਹਿਓ ਤਿਨ ਮਦ ਸਭਾ, ਨ੍ਰਿਪ ਰੀਜ ਕੈ ਮੇਘ ਅਡੰਬਰ ਦੀਨੋ।
श्रवणत बिंद को सुंभ निसुंभ कहेयो तुम जाहो महादल लैकै शार करो गरुए गिर राज्य हे चंड प्रचार हनो बाल कै कै छार करो गरुए गरुए गिर राज्य है। इस प्रकार पाठ कर राज्य है रारे कन्ना जज्जा हाय शरी लगी राज्य है बोलना गिर राज्य है बड़े बड़े पहाड़ शार करो गरुए गरुए गिर राज्य बड़े बड़े जोड़े पहाड़ ने मैं उन्होंने पी देंगा शार कर देंगा खाक बना देंगा अपना दल दसदा बाल अपना दसदा है रक्त बीज छार करो गरुए गिर राज्य है चंड प्रचार हनो बल कै कै कानन मैं नृप की सुनी बात रिसात चलियो चढ़ ऊपर गए कै ਕਾਨਨ ਕੰਨਾਂ ਦੇ ਵਿੱਚ ਬਾਤ ਸੁਣੀ ਕਾਨਨ ਤੋਂ ਭਾਵ ਕੰਨਾਂ ਤੋਂ ਭਾਵ ਹੈ ਕਾਨਨ ਮੈਂ ਨਿਰਪ ਕੀ ਸੁਣੀ ਬਾਤ ਸੁੰਭ ਦੀ ਬਾਤ ਸੁਣੀ ਜਦੋਂ ਰਕਤ ਬੀਜ ਨੇ ਤਾਂ ਕਹਿੰਦਾ ਕੰਨਾਂ ਦੁਆਰਾ ਫਿਰ ਕਹਿੰਦਾ ਗੁੱਸੇ ਨਾਲ ਚੱਲ ਰਸਾਤ ਚੱਲੋ ਚੜ ਉੱਪਰ ਗਾਇ ਕੈ ਹਾਂਜੀ ਗਾਇ ਕੈ ਵੱਖ ਵੱਖ कानन मैं नृप की सुनी बात रिसात चलियो चढ़ ऊपर गए कै मानो परतश हुए अंतक दंत को लैके चलियो रन हेत जो शै कै सवैया बीज एक विचार है मानो प्रताश होए अंतक अंतक इकट्ठा पाठ है ਤਿੰਨ ਅੱਖਰ अंतक 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 कहते जम ਨੂੰ अगे दंत वो वखरा दंत को मानो प्रताश होए अंतक दंत को ਜਿਹੜਾ ਜਾਮ ਆ ਦੰਤ ਦੈਤ ਨੂੰ ਛਲ ਕੇ ਲੈ ਜਾ ਰਿਹਾ ਹੈ ਹਾਂਜੀ मानो प्रताश होए अंतक दंत को लैके चलियो रन हेत जो छै कै सवैया बीज रकतर सो बम्ब बजाए कै आगे किए गज बाज रथैया एक ते एक महाबल दानव मेर को पायन साथ मथैया देख तिनय शुभ अंग सो दीर्घ कौच सजे कट बांध पथैया लीने कमानन बान कृपान समान कै साथ लय जो सथैया दोहरा रक्त बीज दल साज कै उतरे ताट गिरराज श्रवण कोलाहल सुन सिवा करयो युद्ध को साज सोरठा होए सिंह है असवार गाज गाज कै चंडका चली प्रबल असधार रक्त बीज के बद नमित सवैया आवत देख कै चंड प्रचंड को श्रवणत बिंद महा हरख्यो है आगै हवै सत्र तसे रन मद सो क्रुद्ध कै युद्ध है को सरख्यो है लै उमड्यो दल बादल सो कवने जस या शब को परख्यो है तीर चले इम बीरन के बहु मेघ मनो बल कै बरख्यो है सवैया बीरन के करते छुट तीर शरीरन चीर के पार पराने तोर सरासन फोर कै कौचन मीनन के रिप ज्यों ठहराने काऊ लगे तन चंड अनेक सो श्रवण चल्यो बह कै सरताने मानो फार पहाड़ हूँ को सोत तक्षक के निकसे कर बाने बीरन के करते छुट तीर सो चंड का सिंगन ज्यों पबकारी लै कर बान कमान कृपान गदा कह चक्र छुरी औ कटारी काट कै दामन छेद कै भेद कै सिंदर की करी भिन्न अंबारी मानो आग लगाए हनु गढ़ लंक आवास की डारी अटारी तोर कै मोर कै दैतन के मुख घोर कै चंड महा असलीनो जोर कै कोर कै ठोर कै वीर सो राक्षस को हाथ कै तेह दीनो
ਖੋਰ ਕੈ ਤੋਰ ਕੈ ਬੋਰ ਕੈ ਦਾਨਵ ਲੈ ਤਿਨ ਕੇ ਕਰੇ ਹਾੜ ਚ ਬੀਨੋ ਸਰਾਉਣ ਕੋ ਪਾਨ ਕਰਿਓ ਜਿਉ ਦਵਾ ਹਰ ਸਾਗਰ ਕੋ ਜਲ ਜਿਉ ਰਿਖ ਪੀਨੋ ਸਵਈਆ ਚੰਡ ਪ੍ਰਚੰਡ ਕੋ ਵੰਡ ਕਰੰ ਗਹਿ ਜੁਧ ਕਰਿਓ ਨਾ ਗਨੇ ਭਟ ਆਨੇ ਮਾਰ ਦਈ ਸਭ ਦੈਤ ਚਮੂ ਤੇਹ ਸਰਾਉਣਤ ਜੰਬੁਕ ਗਿਰਜ ਅਗਾਨੇ ਭਾਲ ਭਿਆਨਕ ਦੇਖ ਭਵਾਨੀ ਕੋ ਦਾਨਵ ਇਉ ਰਨ ਛਾੜ ਪਰਾਨੇ ਪਾਉਨ ਕੇ ਗਾਉਨ ਕੇ ਤੇਜ ਪ੍ਰਤਾਪ ਤੇ ਪੀਪਰ ਕੇ ਜਿਉ ਪਾਤ ਉਡਾਨੇ ਸਵਈਆ ਆਹਵ ਮੈਂ ਖਿਜ ਕੈ ਬਰਚੰਡ ਕਰੰ ਧਰ ਕੈ ਹਰ ਪੈ ਅਰ ਮਾਰੇ ਏਕਨ ਤੀਰਨ ਚੱਕਰ ਗਦਾ ਹੱਥ ਏਕਨ ਕੇ ਤਨ ਕੇ ਹਰ ਫਾਰੇ ਹੈ ਦਲ ਗੈ ਦਲ ਪੈਦਲ ਘਾਏ ਕੈ ਮਾਰ ਰਥੀ ਬੇਰਥੀ ਕਰ ਡਾਰੇ ਸਿੰਧੁਰ ਐਸੇ ਪਰੇ ਤਿਹ ਠੌਰ ਜਿਉ ਭੂਮ ਮੈਂ ਝੂਮ ਗਿਰੇ ਗਿਰ ਭਾਰੇ। ਹਾਂਜੀ, ਪਿੱਛੇ ਪਾਠ ਜੋ ਆਇਆ ਹੈ ਦਲ ਗੈ ਦਲ ਪੈਦਲ, ਇਹ ਆਪਾਂ ਜਿਵੇਂ ਪਾਠ ਹੋਇਆ ਧਿਆਨ ਦੇਣਾ। ਹੈ ਦਲ ਹੈ ਘੋੜਿਆਂ ਵਾਲੀ ਫੌਜ, ਗੈ ਹਾਥੀਆਂ ਵਾਲੀ ਫੌਜ ਤੇ ਪੈਦਲ ਜਾਣ ਵਾਲੀ। ਹੈ ਦਲ ਗੈ ਦਲ ਪੈਦਲ ਕਾਇਕ, ਇੱਕ ਪੈਦਲ ਫੌਜ ਹੁੰਦੀ ਹੈ। ਅੱਗੇ ਪਾਠ ਮਾਰ ਰਥੀ ਬਿਰਥੀ ਕਰ ਡਾਰੇ, ਔਰ ਮਾਰ ਰਥੀ ਬਿਰਥੀ ਪਾਠ ਨਹੀਂ ਕਰਨਾ ਜਿਵੇਂ ਆਪਾਂ ਨੇ ਪਾਠ ਸਰਵਣ ਕੀਤਾ। ਇਸੇ ਪ੍ਰਕਾਰ ਮਾਰ ਰਥੀ ਬਿਰਥੀ ਕਰ ਡਾਰੇ। ਰਥੀ ਜਿਹੜੇ ਸੀ ਜਦੋਂ ਮਾਰਦੇ ਰਥਾਂ ਤੋਂ ਫਿਰ ਖਾਲੀ ਹੋ ਗਏ, ਖੀਣੇ ਹੋ ਗਏ, ਹੁਣ ਜਿਹੜੇ ਰਥ ਖਾਲੀ ਹੋ ਗਏ ਬਿਰਥੀ ਹੋ ਗਏ। ਇਸ ਪ੍ਰਕਾਰ ਪਾਠ ਜਿਹੜੇ ਆਏ ਧਿਆਨ ਦੇਣਾ, ਇਹ ਨੋਟ ਕਰ ਲੈਣੇ। ਹਾਂਜੀ, ਚਲੋ ਅੱਗੇ ਦੋਹਰਾ। ਦੋਹਰਾ ਰਕਤ ਬੀਜ ਕੀ ਚਮੂ ਸਭ ਭਾਗੀ ਕਰ ਤਿਹ ਤਰਾਸ ਕਹਿਓ ਦੈਤ ਪੁਨ ਘੇਰ ਕੈ ਕਰੋ ਚੰਡ ਕੋ ਨਾਸ। ਸਵਈਆ ਕਾਨਨ ਮੈਂ ਸੁਨ ਕੈ ਇਹ ਬਾਤ ਸੋ ਬੀਰ ਫਿਰੇ ਕਰ ਮੈਂ ਅਸ ਲੈ ਕੈ ਚੰਡ ਪ੍ਰਚੰਡ ਸੋ ਜੁਧ ਕਰਿਓ ਬਲ ਕੈ ਅਤ ਹੀ ਮਨ ਕ੍ਰੁੱਧਤ ਹੋਵੈ ਕੈ ਘਾਉ ਲੱਗੈ ਤਿਨ ਕੇ ਤਨ ਮੈਂ ਏਮ ਸਰਾਉਣ ਗਿਰਿਓ ਧਰਨੀ ਪਰ ਚੁਐ ਕੈ ਆਗ ਲਗੇ ਜਿਮ ਕਾਨਨ ਮੈਂ ਤਨ ਤਿਉ ਰਹੀ ਬਾਨਨ ਕੀ ਧੁਨ ਹਵੈ ਕੈ। ਕਾਨਨ ਮੈਂ ਜਿਸ ਇਥੇ ਕਾਨਨ ਦਾ ਅਰਥ ਹੈ ਜੰਗਲ ਜਿਵੇਂ ਅੱਗ ਲੱਗੀ ਹੁੰਦੀ। ਆਗ ਲੱਗੇ ਜਿਮ ਕਾਨਨ ਮੈਂ, ਜਿਵੇਂ ਜੰਗਲ ਵਿੱਚ ਅੱਗ ਲੱਗੀ ਹੁੰਦੀ ਆ। ਤਨ ਤਿਉ ਰਹੀ ਬਾਨਨ ਕੀ ਧੁਨ ਹਵੈ ਕੈ। ਹਾਂਜੀ। ਸਵਈਆ ਆਏ ਸੁਪਾਏ ਕੈ ਦਾਨਵ ਕੋ ਦਲ ਚੰਡ ਕੇ ਸਾ ਮੋਹਿ ਆਏ ਅਰਿਓ ਹੈ ਢਾਰ ਔ ਸਾਂਗ ਕਿਰਪਾਨਨ ਲੈ ਕਰ ਮੈਂ ਬਰ ਬੀਰਨ ਜੁਧ ਕਰਿਓ ਹੈ ਫੇਰ ਫਿਰੇ ਨਹਿ ਆਹਵਤੇ ਮਨ ਮਹਿ ਤਿਹ ਧੀਰਜ ਗਾਢੋ ਧਰਿਓ ਹੈ ਰੋਕ ਲਈ ਚਹੂ ਔਰ ਤੇ ਚੰਡ ਸੋ ਭਾਨ ਮਨੋ ਪਰ ਵੇਖ ਪਰਿਓ ਹੈ ਕੋਪ ਕੈ ਚੰਡ ਪ੍ਰਚੰਡ ਕੋ ਵੰਡ ਮਹਾਬਲ ਕੈ ਬਲਵੰਡ ਸੰਭਾਰਿਓ ਦਾਮਨ ਜਿਉ ਘਨ ਸੇ ਦਲ ਪੈਠ ਕੈ ਕੈ ਪੁਰਜੇ ਪੁਰਜੇ ਦਲ ਮਾਰਿਓ। ਇਹ ਕੈ ਆਉਂਦਾ ਨਾ, ਕੈ ਤੇ ਇਹਦੇ ਵਿਸਰਾਮ ਲਾਉਣਾ। ਪਹਿਲਾਂ ਇੱਕ ਕੈ ਪਹਿਲਾਂ ਆਏਗਾ ਤੇ ਕੈ ਵਿਸਰਾਮ ਤੋਂ ਬਾਅਦ। ਫੇਰ ਪੜ੍ਹ ਦਿਓ। ਦਾਮਨ ਜਿਉ ਘਨ ਸੇ ਦਲ ਪੈਠ ਕੈ ਕੈ ਪੁਰਜੇ ਪੁਰਜੇ ਦਲ ਮਾਰਿਓ ਬਾਨਨ ਸਾਥ ਬਿਦਾਰ ਦਏ ਅਰ ਤਾਂ ਸਭ ਕੋ ਕਬ ਭਾਉ ਵਿਚਾਰਿਓ ਸੂਰਜ ਕੀ ਕਿਰਨੈ ਸਰ ਮਸ ਹੈ ਰੈਨ ਅਨੇਕ ਤਹਾਂ ਕਰ ਡਾਰਿਓ। ਸਵਈਆ ਚੰਡ ਚਮੂ ਬਹੁ ਦੈਤਨ ਕੀ ਹਤ ਫੇਰ ਪ੍ਰਚੰਡ ਕੋ ਵੰਡ ਸੰਭਾਰਿਓ ਬਾਨਨ ਸੋ ਦਲ ਫੋਰ ਦਇਓ ਬਲ ਕੈ ਬਰ ਸਿੰਘ ਮਹਾ ਪਬਕਾਰਿਓ ਮਾਰ ਦਏ ਸਿਰਦਾਰ ਵੱਡੇ ਧਰ ਸਰਾਉਣ ਬਹਾਏ ਵੱਡੋ ਰਨ ਪਾਰਿਓ ਏਕ ਕੇ ਸੀਸ ਦਇਓ ਧਨ ਯੋ ਜਨ ਕੋਪ ਕੈ ਗਾਜ ਨੇ ਮੰਡਪ ਮਾਰਿਓ
ਦੋਹਰਾ ਚੰਡ ਚਮੂ ਸਭ ਦੈਤ ਕੀ ਐਸੇ ਦਈ ਸੰਘਾਰ ਪੌਨ ਪੂਤ ਜਿਉ ਲੰਕ ਕੋ ਡਾਰਿਓ ਬਾਗ ਉਖਾਰ ਸਵਈਆ ਗਾਜ ਕੈ ਚੰਡ ਮਹਾਬਲ ਮੇਘ ਸੀ ਬੂੰਦਨ ਜਿਉ ਅਰ ਪੈ ਸਰ ਡਾਰੇ ਦਾਮਨ ਸੋ ਖਗ ਲੈ ਕਰ ਮੈਂ ਬਹੁ ਬੀਰ ਅਦੰ ਧਰ ਕੇ ਧਰ ਮਾਰੇ ਕਾਇਲ ਘੂਮ ਪਰੇ ਤਿਹ ਇਉ ਉਪਮਾ ਮਨ ਮੈਂ ਕਬ ਜਿਉ ਅਨਸਾਰੇ ਸਰਾਉਨ ਪ੍ਰਵਾਹ ਮਨੋ ਸਰਤਾ ਤਿਹ ਮਦ ਤਸੀ ਕਰ ਲੋਥ ਕਰਾਰੇ ਐਸੇ ਪਰੇ ਧਰਨੀ ਪਰ ਬੀਰ ਸੋ ਕੈ ਕੈ ਤੋ ਖੰਡ ਜੋ ਚੰਡਹ ਡਾਰੇ ਲੋਥਨ ਉਪਰ ਲੋਥ ਗਿਰੀ ਬਹਿ ਸਰਾਉਣ ਚਲਿਓ ਜਨ ਕੋਟ ਪਨਾਰੇ ਲੈ ਕਰ ਬਿਆਲ ਸੋ ਬਿਆਲ ਬਜਾਵਤ ਸੋ ਉਪਮਾ ਕਵ ਯਉ ਮਨ ਧਾਰੇ ਮਾਨੋ ਮਹਾ ਪ੍ਰਲੈ ਬਹੇ ਪੌਨ ਸੋ ਆਪਸ ਮੈਂ ਫਿਰ ਹੈ ਗਿਰ ਭਾਰੇ ਸਵਈਆ ਲੈ ਕਰ ਮੈਂ ਅਸ ਦਾਰੁਨ ਕਾਮ ਕਰੇ ਰਨ ਮੈਂ ਅਰ ਸੋ ਅਰਣੀ ਹੈ ਸੂਰ ਹਨੇ ਬਲ ਕੈ ਬਲਵਾਨ ਸੋ ਸਰਾਉਨ ਚਲਿਓ ਬਹਿ ਬਹਿ ਤਰਨੀ ਹੈ ਬਾਹਾਂ ਕੱਟੀ ਅੱਧ ਬੀਚ ਤੇ ਸੁੰਡ ਸੀ ਸੋ ਉਪਮਾ ਕਵ ਨੇ ਬਰਨੀ ਹੈ ਆਪਸ ਮੈਂ ਲਰਕੈ ਸੋ ਮਨੋ ਗਿਰਤੇ ਗਿਰੀ ਸਰਪ ਕੀ ਦੋਏ ਘਰਨੀ ਹੈ। ਹਾਂਜੀ, ਇਹਦੇ ਵਿਸਰਾਮ ਜਿਹੜਾ ਉਚਾਰਨ ਵਾਲਾ ਹੈ ਸਵਈਆ ਪਹਿਲੀ ਪੰਕਤੀ ਆ ਲੈ ਕਰ ਮੈਂ ਅਸ ਇੱਥੇ ਜਮਕ ਲਾ ਕੇ ਲੈ ਕਰ ਮੈਂ ਅਸ ਦਾਰੁਣ ਕਾਮ ਕਰੇ ਵਿਸਰਾਮ ਰਨ ਮੈਂ ਅਰਸੋ ਅਰਣੀ ਹੈ ਸੂਰ ਹਨੇ ਬਲ ਕੈ ਬਲਵਾਨ ਵਿਸਰਾਮ ਸੋ ਸਰਾਉਣ ਚੱਲਿਓ ਬਹਿ ਇੱਥੇ ਫਿਰ ਠਮਕ ਲਾ ਕੇ ਸੋ ਸਰਾਉਣ ਚੱਲਿਓ ਬਹਿ ਤਰਨੀ ਹੈ ਬਾਹਾਂ ਕੱਟੀ ਅਧ ਬੀਜ ਤੇ ਸੁੰਡ ਸੀ ਵਿਸਰਾਮ ਸੋ ਉਪਮਾ ਕਬ ਨੇ ਬਰਨੀ ਹੈ ਆਪਸ ਮੈਂ ਲੜਕਾ ਸੋ ਮਨੋ ਵਿਸਰਾਮ ਗਿਰਤੇ ਗਿਰੀ ਇੱਥੇ ਲਾ ਕੇ ਲੱਗ ਜੇ ਜਮਕ ਠਮਕੀ ਠੀਕ ਹੈ ਨਾ ਲੱਗੇ ਤਾਂ ਵੀ ਸਰਜਾ ਗਿਰਤੇ ਗਿਰੀ ਸਰਪ ਕੀ ਦੋਏ ਕਰਨੀ ਹੈ। ਹਾਂਜੀ ਗਿਰਤੇ ਗਰੀ ਨਹੀਂ ਸਿੱਧਾ ਸਾਫ ਨਹੀਂ ਗਿਰਤੇ ਸਰਪ ਕੋਈ ਨਾ ਇਹ ਠੀਕ ਆ ਇਹ ਥੋੜਾ ਲੱਗਣ ਵਾਲਾ ਪਾਠ ਵਿੱਚ ਇੱਧਰ ਠੀਕ ਪਾਠ ਜੋ ਹੋਇਆ ਇਹ ਠੀਕ ਹੋਇਆ। ਹਾਂਜੀ ਚਲੋ ਅੱਗੇ ਦੋਹਰਾ ਸਕਲ ਪ੍ਰਬਲ ਦਲ ਦੈਤ ਕੋ ਚੰਡੀ ਦਇਓ ਭਜਾਏ ਪਾਪ ਤਾਪ ਹਰ ਜਾਪ ਤੇ ਜੈਸੇ ਜਾਤ ਪਰਾਏ। ਇਹ ਅਲੰਕਾਰ ਮਹਾਰਾਜ ਨੇ ਬੰਨਿਆ ਹੈ ਵੀ ਸਿਮਰਨ ਕਰਨ ਨਾਲ ਜਾਪ ਕਰਨ ਨਾਲ ਵਾਹਿਗੁਰੂ ਵਾਹਿਗੁਰੂ ਕਰਨ ਨਾਲ ਜਿਹੜੇ ਪਾਪ ਅਤੇ ਸਾਡੇ ਤਾਪ ਹਨ ਤੀਨੇ ਤਾਪ ਨਿਵਾਰਨ ਹਾਰਾ ਦੁੱਖ ਅੰਤਾ ਸੁਖ ਰਾਸ ਨਾਮ ਹੈ ਨਾ ਗੁਰੂ ਹੈ ਤਾਂ ਪਾਪ ਦੇ ਤਾਪ ਪਰਮੇਸ਼ਰ ਦੇ ਜਾਪ ਕਰਨ 'ਤੇ ਜਿਵੇਂ ਦੌੜ ਜਾਂਦੇ ਨਾ ਇਸ ਪ੍ਰਕਾਰ ਚੰਡੀ ਨੇ ਦੈਤ ਜਿਹੜੇ ਸਾਰੇ ਭਾਗਣ ਦਾ ਕਰ ਦਿੱਤੇ ਹਨ ਜੀ। ਚਲੋ ਸਵਈਆ ਭਾਨ ਤੇ ਜਿਉ ਤਮ ਪੌਨ ਤੇ ਜਿਉ ਘਨ ਮੋਰ ਤੇ ਜਿਉ ਫਨ ਤਿਉ ਸੁਖ ਚਾਨੇ ਸੂਰ ਤੇ ਕਾਤੁਰ ਕੂਰ ਤੇ ਚਾਤੁਰ ਸਿੰਘ ਤੇ ਸਾਤੁਰ ਏਣ ਡਰਾਨੇ ਸੂਮ ਤੇ ਜਿਉ ਜਸ ਵਿਯੋਗ ਤੇ ਜਿਉ ਰਸ ਪੂਤ ਕਪੂਤ ਤੇ ਜਿਉ ਬੰਸ ਹਾਨੇ ਧਰਮ ਜਿਉ ਕ੍ਰੋਧ ਤੇ ਭਰਮ ਸੁਬੁੱਧ ਤੇ ਚੰਡ ਕੇ ਜੁੱਧ ਤੇ ਦੈਤ ਪਰਾਨੇ। ਹਾਂਜੀ ਇਹ ਵੀ ਇਹਦੇ ਉੱਪਰ ਵਿਚਾਰ ਲਈਏ ਥੋੜਾ ਜਿਹਾ ਮਹਾਰਾਜ ਨੇ ਵੈਸੇ ਅਲੰਕਾਰ ਕਿਤਨੇ ਸੋਹਣੇ ਬਣਾਏ ਨੇ। ਭਾਣ ਤੇ ਜਿਉਂ ਤਾਮ ਜਿਵੇਂ ਸੂਰਜ ਦੇ ਚੜ੍ਹਨ ਨਾਲ ਹਨੇਰਾ ਦੂਰ ਚਲਾ ਜਾਂਦਾ ਹੈ ਭਾਣ ਨੂੰ ਸੂਰਜ ਦਾ ਤਮ ਹਨੇਰੇ ਦਾ ਭਾਣ ਤੇ ਜਿਉਂ ਤਮ ਜਿਸ ਪ੍ਰਕਾਰ ਸੂਰਜ ਦੇ ਚੜ੍ਹਨ ਨਾਲ ਹਨੇਰਾ ਚਲਾ ਜਾਂਦਾ ਹੈ ਪੌਣ ਤੇ ਜਿਉਂ ਘਨ ਬਹੁਤੀ ਹਵਾ ਆ ਜਾਵੇ ਤੇ ਘਨ ਜਿਹੜੇ ਨੇ ਬੱਦਲ ਉਹ ਚਲੇ ਜਾਂਦੇ ਨੇ ਮੋਰ ਤੇ ਜਿਉਂ ਫਨ ਮੋਰ ਨੂੰ ਵੇਖ ਕੇ ਫਨ ਭਾਵ ਸੱਪ ਜਿਹੜਾ ਉਹ ਚੱਲ ਜਾਂਦਾ ਦੌੜ ਜਾਂਦਾ। ਇਸੇ ਪ੍ਰਕਾਰ ਹੀ ਅਗਲੀ ਪੰਕਤੀ ਸੂਰ ਤੇ ਕਾਤਰ
ਇਸੇ ਪ੍ਰਕਾਰ ਦੁਰਗਾ ਦੇ ਰੋਹ ਤੇ ਡਰ ਤੋਂ ਦੈਂਤ ਨਸ ਗਏ। ਜਿਵੇਂ ਸੂਰਮੇ ਤੋਂ ਕੈਰ, ਸੂਰ ਤੇ ਕਾਤਰ, ਸੂਰਬੀਰ ਜਦੋਂ ਸਾਹਮਣੇ ਆ ਜਾਏ ਤੇ ਜਿਹੜੇ ਕੈਰ ਆ ਉਹ ਭੱਜ ਜਾਂਦੇ ਨੇ। ਕੂਰ ਤੇ ਚਾਤਰ, ਝੂਠ ਤੋਂ ਸਿਆਣਪ। ਕੂਰ ਕਹਿੰਦੇ ਝੂਠ ਨੂੰ, ਤੇ ਚਾਤਰ ਜਿਵੇਂ ਕੋਈ ਬਹੁਤੇ ਝੂਠੇ ਬੰਦੇ ਹੋਣ, ਉਹਨਾਂ ਦੇ ਸਿਆਣਾ ਉਹਨਾਂ 'ਚ ਇੱਕ ਵੀ ਚਾਤਰ ਉਹਨਾਂ ਦਾ ਸੰਗ ਛੱਡ ਕੇ ਉੱਠ ਜਾਂਦਾ। ਕੂਰ ਤੇ ਚਾਤਰ, ਸਿੰਘ ਤੇ ਸਾਤਰ ਏਣ ਡਰਾਣੇ। ਜਿਸ ਪ੍ਰਕਾਰ ਸਿੰਘ ਨਾਲੋਂ ਸ਼ੇਰ ਦਾ, ਸ਼ੇਰ ਤੋਂ ਹਿਰਨ ਤੇ ਜਿਹੜਾ ਖਰਗੋਸ਼ ਆਦਿਕ ਏਣ ਨਾਲੋਂ ਖਰਗੋਸ਼ ਦਾ, ਇਹ ਸਾਰੇ ਡਰ ਕੇ ਭੱਜ ਜਾਂਦੇ ਨੇ। ਇਸੇ ਪ੍ਰਕਾਰ ਹੀ ਜਿਵੇਂ ਸੋਮ ਤੇ ਜਿਉਂ ਜਸ, ਜੋ ਜਿਹੜਾ ਬੰਦਾ ਸੋਮ ਹੋਵੇ, ਕੋਈ ਆਪਣੀ ਕੌਡੀ ਨਾ ਕੱਢ ਸਕਦਾ ਵੇ ਜੇਬ 'ਚੋਂ, ਉਹਦੇ ਕੋਲੋਂ ਜਸ ਨਹੀਂ ਲਿਆ ਜਾਂਦਾ, ਦੁਨੀਆ ਦਾ ਜਸ ਨਹੀਂ ਖੱਟਿਆ ਜਾਂਦਾ, ਕਿਉਂਕਿ ਜਸ ਲੈਣਾ ਉਹਦੇ ਦਾਨ ਪੁੰਨ ਕਰਨਾ ਪੈਂਦਾ ਬਾਈ। ਪਰ ਸੋਮ ਜਿਹੜੇ ਬੰਦੇ ਨਾ, ਉਹ ਤਾਂ ਦਾਨ ਪੁੰਨ ਤਾਂ ਕਿਧਰੇ ਗਿਆ ਤੇ ਕਿਸੇ ਆਪਣੇ ਘਰ ਦੇ ਬੱਚੇ ਨੂੰ ਲੋੜ ਮੁਤਾਬਕ ਵੀ ਕੋਈ ਪੈਸਾ ਜੇਬ 'ਚੋਂ ਨਹੀਂ ਕੱਢ ਦਿੰਦੇ। ਇਸ ਪ੍ਰਕਾਰ ਉਹਨੂੰ ਜਸ ਨਹੀਂ ਲਿਆ ਜਾਂਦਾ, ਘਰ ਦਾ ਉਹਦਾ ਨਾ ਸਮਾਜ ਦਾ। ਤੋ ਮਹਾਰਾਜ ਨੇ ਫਿਲਾਸਫੀ ਲਿਖੀ ਆ, ਕਹਿੰਦੇ ਜਿਸ ਪ੍ਰਕਾਰ ਸੋਮ ਤੋਂ ਜਸ ਨਹੀਂ ਲਿਆ ਜਾਂਦਾ, ਸੋਮ ਤੇ ਜਿਉਂ ਜਸ, ਵਿਯੋਗ ਤੇ ਜਿਉਂ ਰਸ। ਵਿਯੋਗ ਕਹਿੰਦੇ ਨੇ ਵਿਛੋੜੇ ਨੂੰ, ਜੇ ਵਿਛੋੜਾ ਪੈ ਜਾਵੇ ਤੇ ਰਸ ਜਿਹੜਾ ਆਨੰਦ ਰਹਿੰਦਾ ਹੀ ਨਹੀਂ। ਪੂਤ ਕਪੂਤ ਤੇ ਜਿਉਂ ਬੰਸਾਨ। ਜਿਸ ਪ੍ਰਕਾਰ ਇਸੇ ਪ੍ਰਕਾਰ ਹੀ ਕੋਈ ਜਿਹੜਾ ਖੋਟਾ ਪੁੱਤਰ ਹੋਵੇ ਨਾ, ਮਾੜਾ ਪੁੱਤਰ ਜੰਮ ਪਏ ਤੇ ਜਿਹੜੀ ਵੰਸ਼ਾ ਉਹਨੂੰ ਹਾਨੀ ਹੁੰਦੀ ਆ, ਜਿਹੜਾ ਉਹਨਾਂ ਦਾ ਖਾਨਦਾਨ ਆ ਉਹ ਫਿਰ ਲੱਜਾਵਾਨ ਹੋ ਜਾਂਦਾ ਹੈ। ਇਸੇ ਪ੍ਰਕਾਰ ਹੀ ਧਰਮ ਜਿਉਂ ਕੁਰਦ ਤੇ, ਜੇ ਅਸੀਂ ਧਰਮੀ ਪੁਰਸ਼ਾਂ 'ਚ ਕ੍ਰੋਧ ਆ ਜਾਵੇ ਨਾ, ਸਾਨੂੰ ਕ੍ਰੋਧ ਆ ਜਾਵੇ ਤੇ ਉਦੋਂ ਧਰਮ ਸਾਨੂੰ ਚੇਤਾ ਹੀ ਭੁੱਲ ਜਾਂਦਾ, ਧਰਮ ਹੈ ਕੀ ਹੈ, ਸਾਡੀ ਰਹਿਤ ਕੀ ਹੈ। ਇਸੇ ਪ੍ਰਕਾਰ ਧਰਮ ਜਿਉਂ ਕ੍ਰੋਧ ਤੇ, ਧਰਮੀ ਬੰਦੇ ਕੋਲੇ ਜੇ ਕ੍ਰੋਧ ਆ ਜਾਵੇ ਤੇ ਧਰਮ ਉਹਦੇ ਕੋਲੋਂ ਫਿਰ ਪਾਸਾ ਚੱਲ ਜਾਂਦਾ। ਭਰਮ ਸੁਬੁੱਧ ਤੇ, ਜਿਹੜੀ ਚੰਗੀ ਬੁੱਧੀ ਹੋਵੇ, ਸ੍ਰੇਸ਼ਟ ਬੁੱਧੀ ਹੋਵੇ ਮਨੁੱਖ ਕੋਲੇ, ਤੇ ਉਹਦੇ ਹਿਰਦੇ 'ਚ ਭਰਮ ਫਿਰ ਰਹਿੰਦਾ ਹੀ ਕੋਈ ਨਹੀਂ। ਤੇ ਇਸੇ ਪ੍ਰਕਾਰ ਚੰਡ ਕੇ ਯੁੱਧ ਤੇ ਦੈਤ ਪ੍ਰਾਨੇ। ਚੰਡੀ ਦਾ ਯੁੱਧ ਐਸਾ ਹੋਇਆ ਤੇ ਦੈਤ ਸਾਰੇ ਭਾਗੜ ਦੰਗ ਹੋ ਗਏ ਹਨ। ਹਾਂਜੀ, ਇਹ ਫਿਲਾਸਫੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਅਲੰਕਾਰ ਬੰਨੇ ਹਨ। ਗੱਲ ਕਰਨੀ ਚੰਡੀ ਦੇ ਯੁੱਧ ਤੋਂ ਦੈਤ ਕਿਵੇਂ ਭੱਜੇ ਹਨ, ਤੇ ਪਹਿਲਾਂ ਮਹਾਰਾਜ ਨੇ ਅਲੰਕਾਰ ਦਿੱਤੇ ਹਨ। ਪਾਣ ਤੇ ਜਿਉਂ ਤਮ, ਪਾਉਣ ਤੇ ਜਿਉਂ ਕੰਨ, ਮੋੜ ਤੇ ਜਿਉਂ ਬਨ, ਤਿਉਂ ਸੁਖ ਚਾਨੇ। ਸੂਰ ਤੇ ਕਾਤਰ, ਕੂਰ ਤੇ ਚਾਤਰ, ਸਿੰਘ ਤੇ ਸਾਤਰ ਏਣ ਡਰਾਨੇ। ਸੋਮ ਤੇ ਜਿਉਂ ਜਸ, ਵਿਯੋਗ ਤੇ ਜਿਉਂ ਰਸ। ਪੂਤ ਕਪੂਤ ਤੇ ਜਿਉਂ ਬਨ ਸਹਾਨੇ। ਧਰਮ ਜਿਉਂ ਕ੍ਰੋਧ ਤੇ, ਭਰਮ ਸੁਬੁੱਧ ਤੇ, ਚੰਡ ਕੇ ਯੁੱਧ ਤੇ ਦੈਤ ਪ੍ਰਾਨੇ। ਹਾਂਜੀ, ਅੱਗੇ ਚੱਲੀਏ। ਫੇਰ ਫਿਰੇ ਸਭ ਯੁੱਧ ਕੇ ਕਾਰਨ, ਲੈ ਕਰ ਵਾਰਨ ਕ੍ਰੋਧ ਹੋਏ ਧਾਏ। ਏਕ ਲੈ ਬਾਨਕ ਮਾਨਨ ਤਾਨ ਕੈ, ਤੂਰਨ ਤੇਜ ਤੁਰੰਗ ਤੁਰਾਏ। ਧੂਰ ਉਡੀ ਖੁਰ ਪੂਰਨ ਤੇ, ਪਥ ਊਰਦ ਹੋਏ ਰਵ ਮੰਡਲ ਛਾਏ। ਮਨਹੁ ਫੇਰ ਰਚੇ ਵਿਦ ਲੋਕ, ਧਰਾਖਟ ਆਠ ਆਕਾਸ ਬਨਾਏ। ਚੰਡ ਪ੍ਰਚੰਡ ਕੁਵੰਡ ਲੈ ਬਾਨਨ, ਦੈਤਨ ਕੇ ਤਨ ਤੂਲ ਜਿਉਂ ਤੂੰਬੇ। ਮਾਰ ਗਏ ਇੰਦ ਦਏ ਕਰਵਾਰ ਲੈ, ਦਾਨਵ ਮਾਨ ਗਇਓ ਉੱਡ ਪੂੰਬੇ। ਵੀਰਨ ਕੇ ਸਿਰ ਕੀ ਸਿਤ ਪਾਗ, ਚਲੀ ਬਹਿ ਸਰੋਨਤ ਉਪਰ ਖੂੰਬੇ। ਮਾਨਹੁ ਸਾਰ ਸੁਤੀ ਕੇ ਪ੍ਰਵਾਹ ਮੈਂ, ਸੂਰਨ ਕੇ ਜਸ ਕੇ ਉੱਠੇ ਬੂੰਬੇ। ਸਵਈਆ ਦੈਤਨ ਸਾਥ ਗਦਾ ਕਹਿ ਹਾਥ, ਸੋ ਕ੍ਰੋਧ ਹੋਵੈ ਯੁੱਧ ਨਿਸੰਗ ਕਰਿਓ ਹੈ। ਪਾਨ ਕਿਰਪਾਨ ਲਏ ਬਲਵਾਨ, ਸੋ ਮਾਰ ਤਵੈ ਦਲ ਛਾਰ ਕਰਿਓ ਹੈ। ਭਾਗ ਸਮੇਤ ਗਿਰਿਓ ਸਿਰ ਏਕ ਕੋ, ਭਾਉ ਇਹ ਕਬ ਤਾਕੋ ਧਰਿਓ ਹੈ। ਪੂਰਨ ਪੁੰਨ ਭਏ ਨਭ ਤੇ, ਸੋ ਮਨੋ ਭੂ ਟੂਟ ਨਛਤਰ ਪਰਿਓ ਹੈ। ਬਾਰਨ ਬਾਰਦ ਜਿਉ ਨਿਰਵਾਰ, ਮਹਾਬਲ ਧਾਰ ਤਬੈ ਇਹ ਕੀਆ। ਭਾਨ ਲੈ ਬਾਨਕ ਮਾਨ ਕੋ ਤਾਨ, ਸੰਘਾਰ ਸਨੇਹ ਤੇ ਸਰੌਨਤ ਪੀਆ।
ਏਕ ਗਏ ਕੁਮਲਾਏ ਪਰਾਏ ਕੈ ਏਕਨ ਕੋ ਧਰ ਕਿਓ ਤਨ ਹੀਆ ਚੰਡ ਕੇ ਬਾਨ ਕੇ ਦੋ ਕਰ ਭੰਨ ਹੈ ਦੇਖ ਕੈ ਦੈਤ ਗਈ ਦੁੱਤ ਦੀਆ ਲੈ ਕਰ ਮੈਂ ਅਸ ਕੋਪ ਭਈ ਅਤ ਧਾਰ ਮਹਾਬਲ ਕੋ ਰਨ ਪਾਰਿਓ ਦੌਰ ਕੈ ਠੌਰ ਹਤੇ ਬਹੁ ਦਾਨਵ ਏਕ ਗਾਇੰਦਰ ਵਡੋ ਰਨ ਮਾਰਿਓ ਕੌਤਕ ਤਾਂ ਸਭ ਕੋ ਰਨ ਪੇਖ ਤਬੈ ਕਬ ਇਉ ਮਨ ਮਦ ਵਿਚਾਰਿਓ ਸਾਗਰ ਬਾਂਧਨ ਕੇ ਸਮਏ ਨਲ ਮਾਨੋ ਪਹਾੜ ਉਖਾਰ ਕਹਿ ਡਾਰਿਓ ਇਹਨੂੰ ਸਮਏ ਭਾਰ ਨਹੀਂ ਕਰਨਾ। ਸਾਗਰ ਬਾਂਧਨ ਕੇ ਸਮਏ ਸਮਏ ਸਮੇ ਸਮੇ ਜੋ ਸਾਗਰ ਬਣੇ ਜੇ ਸਮੇਂ ਸਮੇਂ ਇੱਥੇ ਮੰਮੇ ਨੂੰ ਲਾ ਨਹੀਂ ਲੱਗੀ ਸਮਾਂ ਵੀ ਨਹੀਂ ਕਹਿਣਾ ਸਮਏ ਸਮਏ ਨਹੀਂ ਪਾਠ ਕਰਨਾ ਸਮਏ। ਸਾਗਰ ਬਾਂਧਨ ਕੇ ਸਮਏ ਨਲ ਮਾਨੋ ਪਹਾੜ ਉਖਾਰ ਕਹਿ ਡਾਰਿਓ ਦੋਹਰਾ ਮਾਰ ਜਬੈ ਸੈਨਾ ਲਈ ਤਬੈ ਦੈਤ ਇਹ ਕੀਨ ਸ਼ਸਤਰ ਧਾਰ ਕਰ ਚੰਡ ਕੇ ਬਦਬੇ ਕੋ ਮਨ ਦੀਨ ਸਵਈਆ ਬਾਹਨ ਸਿੰਘ ਭਿਆਨਕ ਰੂਪ ਲਖਿਓ ਸਭ ਦੈਤ ਮਹਾ ਡਰ ਪਾਇਓ ਸੰਖ ਲੀਏ ਕਰ ਚੱਕਰ ਔ ਬਕਰ ਸਰਾਸਨ ਪੱਤਰ ਬਚਿੱਤਰ ਬਨਾਇਓ। ਉੱਪਰਲਾ ਪੰਕਤੀ ਦਾ ਜੋ ਵਿਸਰਾਮ ਹੈ ਉਹ ਕਈਆਂ ਨੇ ਹੋਰੋਂ ਹੀ ਲਾਇਆ ਪਰ ਸ਼ੁੱਧ ਵਿਸਰਾਮ ਜਿਵੇਂ ਆਪਾਂ ਨੇ ਪਾਠ ਸਰਵਣ ਕੀਤਾ ਇਸੇ ਪ੍ਰਕਾਰ ਹੀ ਹੈ। ਬਾਹਨ ਸਿੰਘ ਭਿਆਨਕ ਰੂਪ ਲਖਿਓ ਸਭ ਦੈਤ ਮਹਾਂ ਡਰ ਪਾਇਓ। ਜਿਹੜਾ ਚੰਡਕਾ ਦਾ ਸਿੰਘ ਉਹ ਬਾਹਨ ਹੈ ਭਾਵ ਅਸਵਾਰੀ ਕੀਤੀ ਆ ਚੰਡਕਾ ਨੇ ਸ਼ੇਰ ਦੀ ਭਿਆਨਕ ਰੂਪ ਹੈ ਉਹ ਬਾਹਨ ਰੂਪ ਬਾਹਨ ਸਿੰਘ ਭਿਆਨਕ ਰੂਪ ਲਖਿਓ ਸਭ ਦੈਤ ਜੋ ਦੈਤਾਂ ਨੇ ਸਾਰਿਆਂ ਨੇ ਦੇਖਿਆ ਤੇ ਬੜਾ ਡਰ ਮਹਾਂ ਡਰ ਪਾਇਓ ਬਹੁਤ ਡਰ ਉਹਨਾਂ ਦੇ ਹਿਰਦੇ ਵਿੱਚ ਪੈਦਾ ਹੋ ਗਿਆ। ਤੋ ਰੂਪ ਦੇ ਵਿਸਰਾਮ ਲੱਗਣਾ ਹੈ ਬਾਹਨ ਸਿੰਘ ਭਿਆਨਕ ਰੂਪ ਲਖਿਓ ਸਭ ਦੈਤ ਮਹਾਂ ਡਰ ਪਾਇਓ ਸੰਖ ਲੀਏ ਕਰ ਚੱਕਰ ਔ ਬੱਕਰ ਵਿਸਰਾਮ ਸਰਾਸਨ ਪੱਤਰ ਵਿਚਿੱਤਰ ਬਨਾਇਓ। ਹਾਂਜੀ ਚਲੋ ਧਾਏ ਪੁਝਾ ਬਲ ਆਪਨ ਹਵੈ ਹਮ ਸੋ ਤਿਨ ਯਉ ਅਤ ਜੁਧ ਮਚਾਇਓ ਕ੍ਰੋਧ ਕੈ ਸ਼ਰਵਣਤ ਬਿੰਦ ਕਹੈ ਰਨ ਇਆਹੀ ਤੇ ਚੰਡ ਕਾ ਨਾਮ ਕਹਾਇਓ ਮਾਰ ਲਇਓ ਦਲ ਔਰ ਭਜਿਓ ਤਬ ਕੋਪ ਕੈ ਆਪਨ ਹੀ ਸੋ ਭਿਰਿਓ ਹੈ ਚੰਡ ਪ੍ਰਚੰਡ ਸੋ ਯੁੱਧ ਕਰਿਓ ਅਸ ਹਾਥ ਛੁਟਿਓ ਮਨ ਨਾਹੀ ਗਿਰਿਓ ਹੈ। ਇਹ ਮਹਾਰਾਜ ਸੂਰਬੀਰ ਦਾ ਵਰਣਨ ਕਰ ਰਹੇ ਹਨ ਵੀ ਐਸਾ ਭਾਰੀ ਯੁੱਧ ਹੋ ਰਿਹਾ ਹੈ ਚੰਡ ਪ੍ਰਚੰਡ ਸੋ ਯੁੱਧ ਕਰਿਓ ਉਸ ਤੇਜ ਚੰਡੀ ਦੇ ਨਾਲ ਯੁੱਧ ਕੀਤਾ ਅਸ ਹਾਥ ਛੁੱਟਿਓ ਅਸ ਕਹਿੰਦੇ ਆ ਜੀ ਕਿਰਪਾਨ ਨੂੰ ਉਹਦੇ ਕਿਰਪਾਨ ਜੋ ਹੱਥ ਵਿੱਚੋਂ ਕਿਰਪਾਨ ਤਾਂ ਛੁੱਟ ਗਈ ਆ ਪਰ ਜਿਹੜਾ ਮਨ ਆ ਉਹ ਦ੍ਰਿੜਤਾ ਨਾਲ ਉਸੇ ਪ੍ਰਕਾਰ ਹੀ ਪੈਂਤਰੇ 'ਤੇ ਖੜਾ ਹੈ ਭਾਈ ਇਹ ਜਿਹੜਾ ਰਕਤ ਬੀਜ ਹੈ। ਹਾਂਜੀ ਮਹਾਰਾਜ ਸੂਰਬੀਰਤਾ ਹੀ ਵਰਣਨ ਕਰ ਰਹੇ ਹਨ। ਹਾਂਜੀ ਚੰਡ ਪ੍ਰਚੰਡ ਸੋ ਯੁੱਧ ਕਰਿਓ ਅਸ ਹਾਥ ਛੁਟਿਓ ਮਨ ਨਾਹੀ ਗਿਰਿਓ ਹੈ ਲੈ ਕੈ ਕੋ ਵੰਡ ਕਰੰ ਬਲ ਧਾਰ ਕੈ ਸ਼੍ਰਵਨ ਸਮੂਹ ਮੈਂ ਐਸੇ ਤਰਿਓ ਹੈ ਦੇਵ ਅਦੇਵ ਸਮੁੰਦਰ ਮਥਿਓ ਮਾਨੋ ਮੇਰ ਕੋ ਮਦ ਧਰਿਓ ਸੋ ਫਿਰਿਓ ਹੈ क्रोध कै युद्ध को दैत बलि नद श्रोन को पैर के पार पधार्यो लै कर वार अवतार संभार कै सिंह को दौर कै जाए हकार्यो आवत पेख कै चंड को वंडते बान लग्यो तन मूर्छ पार्यो राम के प्रातन ज्यों हनुमान को सैल समेत धरा पर डार्यो सवैया फेर उठ्यो कर लै करवार को चंड प्रचंड स्यों युद्ध करियो है घायल कै तन के हरते बह श्रवण समूह तरान पर्यो है
ਸੋ ਉਪਮਾਉ ਕਬ ਨੇ ਬਰਨੀ ਮਨ ਕੀ ਹਰਨੀ ਤਿਹ ਨਾਉ ਧਰਿਓ ਹੈ ਗੇਰੂ ਨਗੰ ਪਰ ਕੈ ਬਰਖਾ ਧਰਨੀ ਪਰ ਮਨ ਹੋ ਰੰਗ ਢਰਿਓ ਹੈ ਸਰੋਣਤ ਬਿੰਦ ਸੋ ਚੰਡ ਪ੍ਰਚੰਡ ਸੋ ਜੁਧ ਕਰਿਓ ਰਨ ਮਦ ਰੋਹੇਲੀ ਪੈਦਲ ਮੈਂ ਦਲ ਮੀਜ ਦਇਓ ਤਿਲ ਤੇ ਜਿਮ ਤੇਲ ਨਿਕਾਰਤ ਤੇਲੀ ਸਰਾਵਣ ਪਰਿਓ ਧਰਨੀ ਪਰ ਚਵੈ ਰੰਗ ਰੇਜ ਕੀ ਰੇਨੀ ਜਿਉ ਫੂਟ ਕਹਿ ਫੈਲੀ ਘਾਉ ਲਸੈ ਤਨ ਦੈਤ ਕੇ ਯੋ ਘਾਉ ਲਸੈ ਤਨ ਦੈਤ ਕੇ ਯੋ ਜਨ ਦੀਪਕ ਮਦ ਫਨੂਸ ਕੀ ਥੈਲੀ। ਇਹਦੇ ਵਿਸਰਾਮ ਚਾਰ ਲਿਖੋ ਜਿਹੜਾ ਕਿ ਆਪਾਂ ਸਰੋਣ ਤੇ ਬਿੰਦ ਸੋ ਚੰਡ ਪ੍ਰਚੰਡ ਇਥੇ ਵਿਸਰਾਮ ਸੋ ਜੁੱਧ ਕਰਿਓ ਰਨ ਮੱਧ ਰੋਹੇਲੀ ਪੈ ਦਲ ਮੈਂ ਦਲ ਮੀਜ ਦਇਓ ਪੈ ਦਲ ਮੈਂ ਦਲ ਮੀਜ ਦਇਓ ਤੇ ਵਿਸਰਾਮ ਚਲਤੇ ਜਿਮ ਤੇਲ ਨਿਕਾਰਤ ਤੇਲੀ ਸਰੌਣ ਪਰਿਓ ਧਰਨੀ ਪਰ ਚੁਆਇ ਵਿਸਰਾਮ ਰੰਗਰੇਜ ਕੀ ਰੇਨੀ ਜਿਉ ਫੂਟ ਕੈ ਫੈਲੀ ਘਾਉ ਲਸੈ ਤਨ ਦੈਤ ਕੇ ਯਾਉ ਵਿਸਰਾਮ ਜਨਦੀਪਕ ਮੱਧ ਫਨੂਸ ਕੀ ਥੈਲੀ। ਹਾਂਜੀ ਸਰਾਉਣਤ ਬਿੰਦ ਕੋ ਸਰਾਉਨ ਪਰਿਓ ਧਰ ਸਰਾਉਨਤ ਬਿੰਦ ਅਨੇਕ ਭਏ ਹੈ ਚੰਡ ਪ੍ਰਚੰਡ ਕੋ ਵੰਡ ਸੰਭਾਰ ਕੈ ਬਾਨਨ ਸਾਥ ਸੰਘਾਰ ਦਏ ਹੈ। ਵਾਹ ਜੀ ਵਾਹ। ਸਰਾਉਣਤ ਬਿੰਦ ਨੂੰ ਜਦੋਂ ਮਾਰਤਾ ਉਹਦਾ ਧਰਤੀ ਤੇ ਖੂਨ ਡੁੱਲਿਆ ਤੇ ਉਹ ਅਨੇਕਾਂ ਹੀ ਸਰਾਉਣਤ ਬਿੰਦ ਜਿਹੜੇ ਰਾਖਸ਼ ਫੇਰ ਪੈਦਾ ਹੋ ਗਏ ਨੇ। ਹਾਂਜੀ ਸਰਾਉਨ ਸਮੂਹ ਸਮਾਏ ਗਏ ਬਹੁਰੋ ਸੋ ਭਏ ਹੱਥ ਫੇਰ ਲਏ ਹੈ ਬਾਰਦ ਧਾਰ ਪਰੈ ਧਰਨੀ ਮਾਨੋ ਬਿੰਬਰ ਹਵਾਏ ਮਿਟ ਕੈ ਜੋ ਗਏ ਹੈ। ਬਾਰਦ ਧਾਰ ਪਰੈ ਧਰਨੀ ਪਰ ਇਹ ਫਰਕ ਆਪਣੇ ਪਰ ਹੈ ਨਹੀਂ ਗਾ ਇੱਥੇ। ਬਾਲ ਧਾਰ ਪਰੈ ਧਰਨੀ ਮਾਨੋ ਬਿੰਬਰ ਹਵਾਏ ਮਿਟਕਾ ਜੋ ਗਏ ਇਹ ਸੁੱਕੀਆਂ ਬੀੜਾਂ 'ਚ ਇਹ ਵੀ ਬਿਨਾ ਵੀ ਹੈਗਾ ਪਾਠ ਵੀ ਕੱਟਣ ਵਾਲਾ ਨਹੀਂ ਸ਼ੁੱਧ ਪਾਠ ਹੈ ਪਰ ਜਿਹੜਾ ਇਹ ਵੀ ਕਿਸੇ ਕਿਸੇ ਰੂਪਾਂ 'ਚ ਮਿਲ ਜਾਂਦਾ ਪਰ ਪ੍ਰਾਤਨ ਜਿਹੜਾ ਲਾਹੌਰ ਵਾਲਾ ਹੈਗਾ ਸਰੂਪ ਰਾਏ ਸਾਹਿਬ ਮੁਨਸ਼ੀ ਗੁਲਾਬ ਸਿੰਘ ਉਹਨਾਂ ਨੇ ਮਫੀਦ ਆਮ ਪ੍ਰੈਸ ਲਾਹੌਰ ਵਿਖੇ ਛਾਪਿਆ ਹੈ ਉਹਦੇ 'ਚ ਪਾਠ ਇੱਦਾਂ ਹੀ ਹੈ ਉਹਦੇ 'ਚ ਪਾਠ ਜਿਹੜਾ ਪਰ ਨਹੀਂ ਹੈ ਬਾਲ ਧਾਰ ਪਰੈ ਧਰਨੀ ਮਾਨੋ ਬਿੰਬਰ ਹਵਾਏ ਮਿਟਕਾ ਜੋ ਗਏ ਹੈ ਇਹ ਪਾਠ ਹੈ ਉਹਦੇ 'ਚ ਪਰ ਕੁਛ ਨਵੀਨ ਛਾਪੇ ਵਾਲਿਆਂ ਨੇ ਪਰ ਵੀ ਲਾ ਦਿੱਤਾ ਉਹਨਾਂ ਨੂੰ ਜਦੋਂ ਮਿਲ ਗਿਆ ਹੋਣਾ ਪਾਠ ਪਰ ਜਿਹੜੀ ਆਪਣੇ ਮਹਿਰੋਂ ਵਾਲੇ ਭਾਗ ਛਪੇ ਨੇ ਇਹ ਲਾਹੌਰ ਵਾਲਾ ਜਿਹੜਾ ਛਾਪਾ ਨਾ ਜੋ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵਿਖੇ ਜਿਹਦੀ ਸੁਧਾਈ ਹੋਈ ਸੀ 32 ਅਸਵਾਰੇ ਪ੍ਰਕਾਸ਼ ਕਰਕੇ ਤੇ ਫਿਰ ਉਹ ਸਰੂਪ ਛਾਪਿਆ ਗਿਆ ਸੀ ਲਾਹੌਰ ਵਾਲਾ ਸਰੂਪ ਕਰਕੇ ਪ੍ਰਸਿੱਧ ਹੈ ਉਹ ਲੜੀਵਾਰ ਸਰੂਪ ਆ ਉਹਦੇ 'ਚ ਪਾਠ ਜਿਹੜਾ ਹੈ ਬਾਰਦ ਧਾਰ ਪਰੈ ਧਰਨੀ ਮਾਨੋ ਬਿੰਬਰ ਹਵਾਏ ਮਿਟਕਾ ਜੋ ਗਏ ਹੈ ਤੋ ਇਹੀ ਪਾਠ ਜੋ ਸਟੀਕ ਆ ਗਿਆਨੀ ਪੰਡਤ ਨਰਾਇਣ ਸਿੰਘ ਜੀ ਵਾਲਾ ਉਹਦੇ ਪਾਠ ਵੀ ਇਹੀ ਲੱਗਾ ਹੋਇਆ ਹੈ ਤੋ ਕਿਸੇ ਨਵੇਂ 'ਚ ਪਾਠ ਪਰ ਲਫ਼ਜ਼ ਪਾਤਾ ਪਤਾ ਨਹੀਂ ਉਹਨੇ ਕਦੋਂ ਦੇਖੋ ਮਿਲਿਆ ਹੋਵੇਗਾ ਪਰ ਜਿਹੜਾ ਸ਼ੁੱਧ ਪਾਠ ਹੈ ਉਹ ਇਹੀ ਆ ਬਾਰਦ ਧਾਰ ਪਰੈ ਧਰਨੀ ਮਾਨੋ ਬਿੰਬਰ ਹਵਾਏ ਮਿਟਕਾ ਜੋ ਗਏ ਹੈ ਪਰ ਸ਼ਬਦ ਵੀ ਹੈ ਤੋ ਹਾਂਜੀ ਇਹ ਪਾਠ ਫੇਰ ਕੀਤਾ ਜਾਵੇ ਜੀ। ਬਾਰਦ ਧਾਰ ਪਰੈ ਧਰਨੀ ਮਾਨੋ ਬਿੰਬਰ ਹਵਾਏ ਮਿਟਕੈ ਜੋ ਗਏ ਹੈ ਸਵਈਆ ਜੇ ਤਕ ਸਰਾਉਨ ਕੀ ਬੂੰਦ ਗਿਰੈ ਰਨ ਤੇ ਤਕ ਸਰਾਉਨਤ ਬਿੰਦ ਹਵੈ ਆਈ ਮਾਰ ਹੀ ਮਾਰ ਪੁਕਾਰ ਹਕਾਰ ਕੈ ਚੰਡ ਪ੍ਰਚੰਡ ਕੇ ਸਾ ਮੋਹਿ ਧਾਈ। ਹਾਂਜੀ ਵੇਖੋ ਇਹ ਕੌਤਕ ਐਸਾ ਹੋ ਰਿਹਾ ਹੈ ਜੇ ਜਿੰਨੀਆਂ ਕੀ ਬੂੰਦਾਂ ਡਿੱਗਦੀਆਂ ਨਾ ਸਰਾਉਣ ਬਿੰਦ ਦੀਆਂ ਤੇ ਉਨੇ ਹੀ ਉਹ ਮੂਰਤਾਂ ਬਣ ਜਾਂਦੀਆਂ ਉਨੇ ਹੀ ਉਹਨਾਂ ਦੇ ਰੂਪ ਬਣ ਜਾਂਦੇ ਨੇ ਉਹਨੇ ਸਰਾਉਣਤ ਬਿੰਬ ਬਣ ਜਾਂਦੇ ਨੇ ਸਰਾਉਣਤ ਬਿੰਦ ਅਨੇਕਾਂ ਹੀ ਬਣ ਜਾਂਦੇ ਨੇ ਫਿਰ ਮਾਰ ਲਓ ਐ ਹੁੰਦੀ ਆ ਤੇ ਮਾਰ ਲਓ ਕਰਦੇ ਚੰਡੀ ਦੇ ਸਾਹਮਣੇ ਆ ਗਏ ਮਾਰ ਹੀ ਮਾਰ ਪੁਕਾਰ ਹਕਾਰ ਕੈ ਚੰਡ ਪ੍ਰਚੰਡ ਕੇ ਸਾਹਮਣੇ ਧਾਈ ਉਹ ਸਾਰੀਆਂ ਮੂਰਤੀਆਂ ਸਾਹਮਣੇ ਆ ਰਹੀਆਂ ਰੂਪ ਧਾਰ ਲਿਆ ਹੈ ਬੂੰਦਾਂ ਨੇ ਹੀ ਖੂਨ ਦੀਆਂ ਬੂੰਦਾਂ ਨੇ।
पेख कै कौतक ताशिन मैं कवने मन मैं उपमा ठहराई मानो शीस महल के बीच सो मूरत एक अनेक की चाई। हाँ जी, हाँ जी। श्रवणत बिंद अनेक उठे रन क्रुद्ध कै युद्ध को फेर जुटे है चंड प्रचंड कमान ते बान सो भान की अंश समान छुटे है। ਭਾਨ ਕੀ ਅੰਸ਼ ਤੋਂ ਭਾਵ ਆ ਜਿਵੇਂ ਸੂਰਜ ਦੀਆਂ ਕਿਰਨਾਂ, ਸੂਰਜ ਇੱਕ ਆ ਤੇ ਕਿਰਨਾਂ ਅਨੇਕਾਂ ਹੀ ਹੁੰਦੀਆਂ ਨੇ ਨਾ, ਅਣਗਿਣਤ ਹੁੰਦੀਆਂ ਨੇ। ਹਾਂ ਚਲੋ। मार बिदार दये सो भये फिर लै मुंगरा जिम धान कुटे है चंड दये सिर खंड जुदे कर बिलन ते जन बिल टुटे है। सरौनत बिंद अनेक भये अस लै कर चंड सो ऐसे उठे है बूंदन ते उठ कै बहु दानव बानन बारद जान उठे है। फेर कुवंड प्रचंड संभार कै बान प्रहार संघार सुटे है ऐसे उठे फिर श्रौन ते दैत सो मानो सीत ते रोम उठे है। वाह जी वाह। सवैया श्रौनत बिंद भये इकट्ठे बर चंड प्रचंड को घेर लयो है चंड औ सिंह दुहू मिल कै सब दैतन को दल मार दयो है। फेर उठे धुन को कर कै सुन कै मुन को छुट ध्यान गयो है भूल गए सुर के। ਜੰਗ ਜਿਹੜਾ ਹੁੰਦਾ ਹੀ ਗੁਮਾਨ ਨਾਲ, ਜੰਗ ਦੇ ਵਿੱਚ ਜੇ ਉਹਦੇ ਫਿਸੂ ਜਾ ਕਰੇ ਫਿਰ ਜੰਗ ਥੋੜੀ ਹੋਣਾ, ਉਹਦਾ ਮਾਰ ਲਓ ਭਲਾ ਕੋਈ ਹੋਵੇ। ਇਸੇ ਪ੍ਰਕਾਰ ਇਹ ਗੱਤਕੇ ਦੀ ਖੇਡ ਵੀ ਜਿਹੜੀ ਹੈ ਉਸਤਾਦ ਮਾਰ ਆ, ਉੱਥੇ ਉਸਤਾਦ ਦੇ ਸਾਹਮਣੇ ਵੀ ਅੜ ਕੇ ਖੇਡ ਕਰੀਦੀ ਹੈ। ਇਹ ਤਾਂ ਜੰਗ ਆ ਭਾਵੇਂ। ਹਾਂਜੀ। ਤੇ ਗੁਮਾਨ ਨਹੀਂ ਗਿਆ, ਕਹਿੰਦੇ ਸ਼੍ਰਵਣਤ ਬਿੰਦ ਦਾ ਸਾਹਿਬ ਇੱਕ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਵਰਣਨ ਕਰਦੇ ਆ, ਉਹਦੀ ਇੱਕ ਸ਼੍ਰਵਣਤ ਬਿੰਦ ਦੀ ਸੂਰਬੀਰਤਾ ਨੂੰ ਵਰਣਨ ਕਰ ਰਹੇ ਹਨ। ਹਾਂਜੀ। भूल गए सुर के अवसान गुमान ना श्रवणत बिंद गयो है। दोहरा रक्त बीज सो चंड का यों की नो बर युद्ध अगनत भये दानव तबै कश नाम बसायो क्रोध। ਹਾਂਜੀ, ਜਿਸ ਪ੍ਰਕਾਰ ਪਾਠ ਆਪਾਂ ਨੇ ਸਰਵਣ ਕੀਤਾ ਅਗਣਤ, ਗਿਣਤੀ ਦੁਆਇਤ, ਇਹਨੂੰ ਅਗਣਤ ਪਾਠ ਨਹੀਂ ਕਰਨਾ, ਆੜੇ ਨੂੰ ਅਗੇਤਰ ਲਾ ਕੇ ਫਿਰ ਗਣਤ ਪਾਠ ਅਗਣਤ, ਗਣਤ ਹੁੰਦਾ ਗਿਣਤੀ, ਅਗਣਤ ਗਿਣਤੀ ਦੁਆਇਤ। ਅਗਣਤ ਭਏ ਦਾਨਵ ਤਵੈ ਕਛ ਨਾ ਬਸਾਇਓ ਕ੍ਰੋਧ। ਜਿਸ ਪ੍ਰਕਾਰ ਪਾਠ ਹੋਇਆ ਇਸੇ ਪ੍ਰਕਾਰ ਆਪਾਂ ਸਾਰਿਆਂ ਨੇ ਦ੍ਰਿੜ ਕਰ ਲੈਣਾ, ਪਕਾ ਲੈਣਾ ਜੀ। ਚਲੋ ਜੀ ਅੱਗੇ। ਸਵਈਆ पेख दसो दिस ते बहु दानव चंड प्रचंड तची अखियाँ तब लै कै किरपान जो काट दए अर फूल गुलाब की ज्यों पखियाँ। श्रवण की शीट परी तन चंड कै सो उपमा कव ने लखियाँ। जन कंचन मंदिर में जरिया जार लाल मणि जो बना रखियाँ। क्रोध कै युद्ध करो बहु चंड ना एतो करो मद सो अविनाशी। ਹਾਂ ਇਹ ਪਾਠ ਠੀਕ ਆ, ਸ਼ੁੱਧ ਆ। ਇਹ ਮੇਰੇ ਕੋਲੇ ਪਾਠ ਹੈ ਤੇ ਉਹਦੇ ਹੈਗਾ ਵੀ ਕੁਰਦ ਕੈ ਯੁੱਧ ਕਰਿਓ ਬਹੁਤ ਚੰਡ ਨੇ ਨਹੀਂ ਕੁਰਦ ਕੈ ਯੁੱਧ ਕਰਿਓ ਬਹੁਤ ਚੰਡ ਨਾ ਇਤੋਂ ਕਰਿਓ ਮਦ ਸੋ ਅਬਨਾਸੀ। ਇਹ ਪਾਠ ਸ਼ੁੱਧ ਆ। ਨਾ ਇਤੋਂ ਕਰਿਓ ਮਦ ਸੋ ਅਬਨਾਸੀ। क्रोध कै युद्ध करो बहु चंड ना एतो करो मद सो अविनाशी। दैतन के बद कारण को निज भाल ते ज्वाल की लाट निकासी। काली पर तश भई तिहते रन फैल रही भै भीर प्रभासी। प्रभासी ठीक है। प्रभासी पाठ नहीं करना जिवें पिछले पाठ आया अविनाशी निकासी। ये प्रभासी नहीं करना, ये करना प्रभासी। प्रभा शोभा। फिर पढ़ दो जी। काली पर तश भई तिहते रन फैल रही भै भीर प्रभासी। मन हो श्रृंग सुमेर को फोर कै धार परी धर पै जमनासी। आए प्रभासी जमनासी ये पाठ बखरे बखरे करने। हाँ जी, जिवें इस प्रकार होए ने ध्यान देना। फिर पढ़ दो सारा सूइया दोबारा पढ़ दो। अविनाशी
ਨਿਕਾਸੀ ਇਕੱਠੇ ਆ ਗਏ, ਪ੍ਰਭਾ ਸੀ, ਜਮਨਾ ਸੀ, ਇਹ ਪਾਠ ਵੱਖ ਵੱਖ ਨੇ। दैतन के बद कारण को निज भाल ते ज्वाल की लाट निकासी काली परतश भई तिह ते रन फैल रही भै भीर प्रभासी मन हो श्रृंग सुमेर को फोर कै धार परी धर पै जमना सी सवैया मेर हलियो दहलियो सुरलोक दसो दिस भूदर भाजत भारी चाल पर्यो तेह 14 लोक मैं सातों आकाश सातों पतार, वो है 14 लोगों की गल। हाँ चाल पर्यो तेह 14 लोक मैं ब्रह्म भयो मन मैं भ्रम भारी ध्यान रह्यो ना जटी सो फटी धर यो बल कै रन मैं किलकारी ध्यान रहो ना जटी, इथे जमक ला के सो फटी धार विश्राम यो बल कै रन मैं किलकारी। हाँ जी ध्यान रह्यो ना जटी सो फटी धर यो बल कै रन मैं किलकारी दैतन के बद कारण को कर काल सी काली कृपान संभारी दोहरा चंडी काली दुहू मैल कीनो यह विचार हाओ हन हो तू श्रौन पी आर दल डार है मार सवैया काली यो के हर संग लै चंड सो घेरे सबै बन जैसे दवा पै ਚੰਡੀ ਨੇ ਇੱਥੇ ਹੈਗਾ, ਚੰਡੀ ਨੇ ਕਾਲੀ ਅਤੇ ਕੇਰ ਨੂੰ ਸ਼ੇਰ ਨੂੰ ਨਾਲ ਲੈ ਕੇ, ਕੇਰ ਹੀ ਸ਼ੇਰ ਸੀ ਨਾ, ਉਹਦੀ ਸਵਾਰੀ ਸੀ, ਇਹ ਤਿੰਨੇ ਹੀ ਰਲ ਗਏ ਫਿਰ। ਹਾਂਜੀ ਅਤੇ ਸ਼ੇਰ ਵੀ ਨਾਲ ਐਵੇਂ ਪਾੜੀ ਤੁਰਿਆ ਆਉਂਦਾ, ਜਿਹੜਾ ਮੂਹਰੇ ਆਉਂਦਾ ਐ ਨੌਂਦਰਾਂ ਨਾਲ ਐ ਫਿਰਦੇ ਪਾੜ ਪਾੜ ਸੁੱਟੀ ਤੁਰਿਆ ਆਉਂਦਾ। ਕਾਲੀ ਆਓ ਕੇਹਰ ਸੰਗ ਲੈ ਚੰਡ, ਕੇਹਰ ਤੇ ਜਮਕੀ ਲਾ ਕੇ ਕਾਲੀ ਆਓ ਕੇਹਰ ਸੰਗ ਲੈ ਚੰਡ, ਭਾਵ ਚੰਡਕਾਂ ਨੇ ਕੇਹਰ ਤੇ ਕਾਲੀ ਨੂੰ ਨਾਲ ਲੈ ਲਿਆ। ਸੋ ਘੇਰੇ ਜਬੈ ਬਨ ਜੈਸੇ ਦਵਾ ਪੈ। ਹਾਂਜੀ ਪੜ੍ਹ ਦਿਓ ਸਾਰਾ ਹੀ। काली औ के हर संग लै चंड सो घेरे सबै बन जैसे दवा पै चंड के बानन तेज प्रभाव ते दैत जराय जैसे ईट अवा पै काल का श्रवण पियो तिनको कवने मन में लियो भाओ भवापै ਭਵਾਪੈ ਘਾਟ ਪਾਠ ਇਕੱਠਾ ਕਰਨਾ, ਮੈਂ ਦੱਸ ਦਿੰਦਾ। काल का श्रवण पियो तिनको कवने मन में लियो भाओ भवापै मन हो सिंध को नीर सब मिल धाए कह जाए परे है तवा पै। ਹਾਂਜੀ ਇਹ ਇਹਦੇ ਜਿਹੜੇ ਤੁਕਾਂਤ ਹੈ ਉਹ ਸਾਰੇ ਨਹੀਂ ਮਿਲ ਰਹੇ। ਇੱਕ ਹੈ, ਪਹਿਲਾ ਹੈ ਜੈਸੇ ਦਵਾ ਪੈ ਸੋ ਘੇਰੇ ਜੈਸੇ ਬਨ ਸੋ ਘੇਰੇ ਸਭੈ ਬਨ ਜੈਸੇ ਦਵਾ ਪੈ, ਦਵਾ ਪੈ ਵੱਖ ਵੱਖ। ਅੱਗੇ ਹੈ ਦੈਤ ਜਰੈ ਜੈਸੇ ਈਟ ਅਵਾ ਪੈ, ਆਵਾ ਆਵੇ ਤੇ ਜਿਵੇਂ ਇੱਟਾਂ ਆਵੇ ਦੇ ਵਿੱਚ ਸੜਦੀਆਂ ਨਾ, ਐਵੇਂ ਉਹਦਾ ਪ੍ਰਮਾਣ ਦਿੱਤਾ ਹੈ। ਆਵਾ ਆਵਾ ਹੁੰਦਾ, ਆਵਾ ਪੈ। ਤੇ ਅੱਗੇ ਹੈ ਕਾਲ ਕਾ ਸ਼੍ਰਵਣ ਪਿਓ ਤਿਨ ਕੋ ਕਵ ਨੇ ਮਨ ਮੈਂ ਲਿਓ ਭਾਓ ਭਵਾਪੈ, ਭਵਾ ਕੇ ਆਪਦੇ ਮਨ 'ਚ ਉਪਮਾ ਕਿਹੜੀ ਲਈ ਹੈ, ਉਹ ਅੱਗੇ ਉਪਮਾ ਦੱਸੀ ਹੋਈ ਹੈ। ਹਾਂਜੀ ਚਲੋ ਭਵਾਪੈ, ਭਵਾਪੈ ਇਕੱਠਾ ਪਾਠ ਹੈ। ਅੱਗੇ ਮਾਨੋ ਸਿੰਧ ਕੋ ਨੀਰ ਸਭੈ ਮਿਲ ਧਾਏ ਕਹਿ ਜਾਏ ਪਰੇ ਹੈ ਤਵਾ ਪੈ, ਉਹ ਤਵਾ ਪੈ ਵੀ ਵੱਖਰਾ ਹੈ, ਭਵਾਪੈ ਇਕੱਠਾ। ਹਾਂਜੀ ਚਲੋ। चंड हने अर काल का कोप कै श्रवणत बिंदन सो एह कीनो खग संभार हकार तबै किलकार बिदार सबै दल दीनो आमिख श्रवण अच्यो बहु काल का तां शब मैं कब एवं मन चीनो मानो सुधा तर हुए मनुछ सो सालन लास है सो बहु पीनो सवैया जोधर कत्र बीज करयो धरनी पर यो सुर देखत सारे जेतक श्रवण की बूंद गिरै उठ तेतक रूप अनेक है तारे
ਜੋਗਨ ਆਨ ਫਿਰੀ ਚਹੂ ਔਰ ਤੇ ਸੀਸ ਜਟਾ ਕਰ ਖੱਪਰ ਭਾਰੇ ਸਰੌਨਤ ਬੂੰਦ ਪਰੈ ਅਚਵੈ ਸਭ ਖੱਗ ਲੈ ਚੰਡ ਪ੍ਰਚੰਡ ਸੰਘਾਰੇ। ਇਹ ਜੁਗਨ ਪਾਠ ਜਿਹੜਾ ਹੈ ਬਹੁਤਾ ਕਸ ਕੇ ਜੁਗਨ ਜੋਗਣੀਆਂ ਆ ਗਈਆਂ, ਹਾਂ ਜੋਗਣੀ ਨਹੀਂ ਦਾ ਜੋਗਣੀਆਂ, ਜੁਗਨ ਇੱਥੇ ਪਾਠ ਕਰ ਜੁਗਨ ਆਨ ਫਰੀ ਚਹੂ ਔਰ ਤੇ ਉਹ ਕਲ ਜੋਗਣੀਆਂ ਆ ਗਈਆਂ। ਸੀਸ ਜਟਾਂ ਕਰ ਖੱਪਰ ਭਾਰੇ, ਸੋ ਦੇ ਸਿਰ ਤੇ ਜਟਾਂ ਜੀਆਂ ਖਿਲਾਰ ਕੇ ਹੱਥਾਂ ਵਿੱਚ ਖੱਪਰ ਲਏ ਜਿਹੜਾ ਖੂਨ ਪੀਣ ਵਾਲੇ ਭਾਂਡਾ ਉਹਨਾਂ ਦਾ ਬਰਤਨ ਹੁੰਦਾ, ਸੋ ਉਹ ਜੁਗਨ ਪਾਠ ਕਰਨਾ। ਸਰਾਉਣ ਬਿੰਦ ਪਰਾਇਆ ਚਵੈ ਸਭ, ਸਰਾਉਣ ਦੇ ਖੂਨ ਦੀਆਂ ਜੋ ਬੂੰਦਾਂ ਡਿਗਰੀਆਂ ਉਹ ਸਾਰੀਆਂ ਉਹ ਜੋਗਣੀਆਂ ਚੱਟੀ ਜਾਂਦੀਆਂ ਨੇ। ਖੱਗ ਲੈ ਚੰਡ ਪ੍ਰਚੰਡ ਸੰਘਾਰੇ, ਖੰਡੇ ਨਾਲ ਅਸਵਾ ਖੜਗ ਨਾਲ ਜੇ ਤੇਜ ਪ੍ਰਤਾਪ ਵਾਲੀ ਚੰਡੀ ਉਹਨਾਂ ਨੂੰ ਘਾਤ ਕਰ ਰਹੀ, ਮਾਰ ਰਹੀ ਹੈ ਰਾਖਸ਼ਾਂ ਨੂੰ। ਜੋਗਨ ਆਨ ਫਿਰੀ ਚਹੂ ਔਰ ਤੇ ਸੀਸ ਜਟਾ ਕਰ ਖੱਪਰ ਭਾਰੇ ਸਰੌਨਤ ਬੂੰਦ ਪਰੈ ਅਚਵੈ ਸਭ ਖੱਗ ਲੈ ਚੰਡ ਪ੍ਰਚੰਡ ਸੰਘਾਰੇ। ਕਾਲੀ ਔ ਚੰਡ ਕੋ ਵੰਡ ਸੰਭਾਰ ਕੈ ਦੈਤ ਸੋ ਜੋਧ ਨਿਸੰਗ ਸਜਿਓ ਹੈ। ਮਾਰ ਮਹਾਰਨ ਮਦ ਭਈ ਪਹਿਰ ਏਕ ਲਉ ਸਾਰ ਸੋ ਸਾਰ ਬੱਜਿਓ ਹੈ। ਹਾਂ ਇਹ ਬੱਜਿਓ ਕੱਸ ਕੇ ਹਾਂਜੀ ਲੋਹੇ ਨਾਲ ਲੋਹਾ, ਉੱਥੇ ਡਾਂਗਾਂ ਤੇ ਡਾਂਗਾਂ ਖੜਕੀਆਂ, ਇਹ ਸਾਰ ਸੋ ਸਾਰ ਲੋਹੇ ਤੇ ਲੋਹਾ ਖੜਕਿਆ, ਤੇਗਾਂ ਤੇ ਤੇਗਾਂ। ਹਾਂਜੀ ਮਾਰ ਮਹਾਰਨ ਮਦ ਭਈ ਪਹਿਰ ਏਕ ਲਉ ਸਾਰ ਸੋ ਸਾਰ ਬੱਜਿਓ ਹੈ। ਸਰੌਨਤ ਬਿੰਦ ਗਿਰਿਓ ਧਰਨੀ ਪਰ ਇਉ ਅਸ ਸੋ ਅਰ ਸੀਸ ਭਜਿਓ ਹੈ। ਮਨ ਅਸ ਸੋ ਆਰ ਸੀਸ ਭਜਿਓ ਹੈ, ਇਸ ਪ੍ਰਕਾਰ ਤੇਗੇ ਨਾਲ ਵੈਰੀ ਦਾ ਸੀਸ ਭਜਿਓ ਭੰਨ ਸਟਿਆ, ਭਜਿਓ ਇਹ ਕਸ ਕੇ। ਸਰੌਨਤ ਬਿੰਦ ਗਿਰਿਓ ਧਰਨੀ ਪਰ ਇਉ ਅਸ ਸੋ ਅਰ ਸੀਸ ਭਜਿਓ ਹੈ। ਮਾਨੋ ਅਤੀਤ ਕਰਿਓ ਚਿਤ ਕੋ ਤਨਵੰਤ ਸਭੇ ਨਿਜ ਮਾਲ ਤਜਿਓ ਹੈ। ਇਹ ਤਜਿਓ ਪੁਲਾ ਪਾਠ ਕਰਨਾ। ਹਾਂਜੀ ਮਾਨੋ ਅਤੀਤ ਕਰਿਓ ਚਿਤ ਕੋ ਧਨਵੰਤ ਸਭ ਹੈ ਨਿਜ ਮਾਲ ਤਜਿਓ ਹੈ। ਹਾਂਜੀ ਸੋਰਠਾ ਚੰਡੀ ਦਇਓ ਬਿਦਾਰ ਸਰੌਨ ਪਾਨ ਕਾਲੀ ਕਰਿਓ ਛਿਨਮੈ ਡਾਰਿਓ ਮਾਰ ਸਰੌਨਤ ਬਿੰਦ ਦਾਨਵ ਮਹਾ। ਚੰਡੀ ਦਇਓ ਬਿਦਾਰ ਸਰੌਣ ਪਾਨ ਕਾਲੀ ਕਰਿਓ ਸ਼ਰਮੈ ਡਾਰਿਓ ਮਾਰ ਸਰੌਣਤ ਬਿੰਦ ਦਾਨਵ ਮਹਾ। ਏਤ ਸ੍ਰੀ ਮਾਰਕੰਡੇ ਪੁਰਾਣੇ ਸ੍ਰੀ ਚੰਡੀ ਚਰਿਤ੍ਰ ਉਕਤ ਬਿਲਾਸ ਰਖਤ ਬੀਜ ਬਧ ਹੈ ਨਾਮ ਪੰਚਮੋ ਧਿਆਏ। ਹਾਂਜੀ ਪੰਜਵਾਂ ਅਧਿਆਏ ਇਥੇ ਸੰਪੂਰਨ ਹੁੰਦਾ ਹੈ ਜੋ ਸਾਹਿਬ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਮਾਰਕੰਡੇ ਪੁਰਾਣ ਦਾ ਉਲੱਥਾ ਕੀਤਾ, ਜਿਹਦੇ ਚੰਡੀ ਚਰਿਤ੍ਰ ਦੀ ਇਹ ਮਹਾਨ ਕਥਾ ਹੈ। ਮਾਰਕੰਡੇ ਪੁਰਾਣ ਦੇ ਵਿੱਚੋਂ ਚੰਡੀ ਚਰਿਤ੍ਰ ਦੀ ਕਥਾ, ਚੰਡੀ ਦੀ ਕਥਾ ਸਾਹਿਬ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇੱਥੇ ਲਿਖਣਾ ਕੀਤੀ, ਜਿਹਦੇ ਵਿੱਚ ਪੰਜਵੇਂ ਅਧਿਆਇ ਵਿੱਚ ਰਕਤ ਬੀਜ ਜੋ ਦੈਂਤ ਹੈ ਉਹਦਾ ਵੱਧ ਹੋ ਗਿਆ ਹੈ। ਇੱਥੇ ਸਮਾਪਤੀ ਹੋ ਰਹੀ ਹੈ। ਗੁਰੂ ਪਾਤਸ਼ਾਹ ਰਹਿਮਤ ਕਰਨ। ਅਗਲਾ ਜੋ ਪ੍ਰਕਰਨ ਚੱਲੇਗਾ ਉਹ ਤੋਂ ਆਪਾਂ ਫਿਰ ਸਾਰੇ ਵਿਚਾਰ ਲਾਂਗੇ। 91 ਅੰਗ ਮਹਾਰਾਜ ਜੀ ਦਾ 91 ਅੰਗ ਤੇ ਸਮਾਪਤੀ ਹੋ ਰਹੀ ਹੈ। 91 ਤੋਂ ਫਿਰ ਅਗਲਾ ਸ਼ੁਰੂ ਹੋਵੇਗਾ ਅਧਿਆਇ 6ਵਾਂ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।